ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸ਼੍ਰੀ ਗੁਰੂ ਗੋਬਿੰਦ ਸਿੰਘ ਹਿਤ ਆਈ, ਆਪਨ ਗ੍ਰਾਮ ਕੀ ਅਬ ਨਿਰਾਈ। ਸ਼੍ਰੀ ਗੁਰੂ ਗੋਬਿੰਦ ਸਿੰਘ ਹਿਤ ਆਈ, ਆਪਨ ਗ੍ਰਾਮ ਕੀ ਅਬ ਨਿਰਾਈ। ਸਤਨਾਮ ਸ੍ਰੀ ਵਾਹਿਗੁਰੂ ਜੀ। ਜੇ ਨਾਮ ਉਚਾਰਤ ਸਭ ਦੁਖ ਮਿਟੇ, ਸੁਖ ਸੰਪਦ ਹੋਏ ਸਦਾ ਘਰੇ ਵਾਸੀ। ਕਰਤ ਪੂਰਬ ਮਾਪ ਮਿਟੇ ਸਭੀ, ਹਰ ਕੇ ਦਲ ਹੋਏ ਸਵੈ ਖਿਨ ਨਾਸੇ। ਹਿਤ ਮਾਨ ਵਧੇ ਤਰੀ ਜਗ ਮੈਂ, ਪਰ ਪੂਰਨ ਰੂਪ ਸਦਾ ਵਿਨਾਸੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕੇ ਪਗ ਪੰਕਜ, ਭਜੋਰ ਮੈਂ ਨਿਤ ਜੋਤ ਪ੍ਰਗਾਸੇ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸੱਚ ਹੋਈ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਈ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਜਿਤਨੇ ਵੀ ਮਾਈ ਪਾਈ ਨੇਮੀ ਪ੍ਰੇਮੀ ਦੂਰੋਂ ਨੇੜੇ ਚੱਲ ਕਰਕੇ ਮਹਾਂਪੁਰਖਾਂ ਦੇ ਪਵਿੱਤਰ ਪਾਵਨ ਅਸਥਾਨ ਅਥਵਾ ਗੁਰੂ ਬਾਬਾ ਜੀ ਦੇ ਸੱਚਖੰਡ ਦਰਬਾਰ ਦੇ ਵਿੱਚ ਪਹੁੰਚੇ ਹੋ। ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਵਾਸਤੇ ਆਪਣੀਆਂ ਚਿੱਤ ਬਿਰਤੀਆਂ ਬਾਹਰੋਂ ਕਾਗਰ ਕਰਨ ਦੀ ਖੇਚਲ ਕਰੋ। ਭਗਤ ਵਿਸ਼ਲ ਪਤਤ ਪਾਵਨ ਦੀਨਾ ਬੰਧੂ ਤਿੰਨੇ ਲੋਕਾਂ ਦੇ ਮਾਲਕ ਸਾਂਝੇ ਰਹਿਵਰ ਨਿਰੰਕਾਰੀ ਜੋਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪਾਵਨ ਕਥਾ ਚੱਲ ਰਹੀ ਹੈ। ਪਿਛਲੇ ਪ੍ਰਕਾਰਨ ਦੇ ਵਿੱਚ ਅਸੀਂ ਇਹ ਵਿਚਾਰ ਸਰਵਣ ਕੀਤੀ। ਦੇਨ ਦੁਨੀਆ ਦੇ ਮਾਲਕ ਜੰਗਲ ਦੇ ਇਲਾਕੇ ਨੂੰ ਭਾਗ ਲਗਾਉਂਦਿਆਂ ਹੋਇਆਂ ਰਾਏ ਕੱਲੇ ਦੇ ਪਾਸ ਪਹੁੰਚੇ ਸਨ। ਜਦੋਂ ਨੂਰੇ ਮਾਹੀ ਨੇ ਸਤਿਗੁਰੂ ਜੀ ਦੇ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਬਾਰੇ ਬਹੁਤ ਹੀ ਵਿਸਤਾਰ ਦੇ ਸਹਿਤ ਇਹ ਵਾਰਤਾ ਸੁਣਾਈ। ਉਸ ਵਕਤ ਦਸ਼ਮੇਸ਼ ਪਿਤਾ ਨੇ, ਜਿਹੜਾ ਨੇੜੇ ਇੱਕ ਕਾਈ ਦਾ ਬੂਟਾ ਖੜਾ ਸੀ, ਉਹਦੀਆਂ ਜੜ੍ਹਾਂ ਛੋਟੀ ਜਿਹੀ ਸ੍ਰੀ ਸਾਹਿਬ ਲੈ ਕਰਕੇ ਕੱਟ ਦਿੱਤੀਆਂ ਸਨ। ਬੜੇ ਅਗਮੀ ਬਚਨ ਵੀ ਸਾਰਿਆਂ ਦੇ ਸਾਹਮਣੇ ਮਹਾਰਾਜ ਨੇ ਕਹੇ ਸੀ ਵੀ ਇਸ ਸਰਹੰਦ ਸ਼ਹਿਰ ਦੀ ਇੱਟ ਦੇ ਨਾਲ ਇੱਟ ਖੜਕ ਜਾਣੀ ਹੈ। ਜਿਹੜਾ ਹੁਣ ਤਾਂ ਭਾਵੇਂ ਇਹ ਸ਼ਹਿਰ ਕੋਹਾਂ ਤੱਕ ਵਸਿਆ ਹੋਇਆ ਹੈ, ਪਰ ਜਿੱਥੇ ਹੁਣ ਇਹੋ ਜਿਹੇ ਵੱਡੇ ਵੱਡੇ ਘੋਰ ਜ਼ੁਲਮ ਪਾਪ ਹੋ ਚੁੱਕੇ ਹਨ, ਸਮਾਂ ਪਾ ਕੇ ਮੇਰੇ ਖਾਲਸੇ ਨੇ ਇਹਨੂੰ ਫਿਰ ਰੋਈਆਂ ਬੀਆਬਾਨਾਂ ਦੇ ਸਮਾਨ ਬਣਾ ਦੇਣਾ ਹੈ। ਵੀ ਜਿੱਥੇ ਅੱਜ ਤੁਰਕਾਂ ਮੁਗਲਾਂ ਦੀਆਂ ਵੱਡੀਆਂ ਵੱਡੀਆਂ ਹਵੇਲੀਆਂ ਦਿਸ ਰਹੀਆਂ ਹਨ, ਉੱਥੇ ਹਲ ਵਾਹ ਕਰਕੇ ਜ਼ਿਮੀਂਦਾਰਾਂ ਨੇ ਫਸਲ ਬੀਜਣ ਲੱਗ ਜਾਣਾ। ਇਹੋ ਜਿਹਾ ਹੋਰ ਸਮਾਂ ਗੁਰੂ ਮਾਰੀ ਸਰਹੰਦ ਸ਼ਹਿਰ ਦੇ ਉੱਪਰ ਆਏਗਾ। ਸੁਣ ਕਰਕੇ ਰਾਏ ਗਲੇ ਨੇ ਸੋਚਿਆ ਵੀ ਮੈਂ ਵੀ ਇਸ ਤੁਰਕ ਘਰਾਣੇ ਦੇ ਵਿੱਚ ਹੀ ਪੈਦਾ ਹੋਏ ਹਾਂ, ਕੋਈ ਪਤਾ ਨਹੀਂ। ਹੁਣ ਸਤਿਗੁਰੂ ਜੀ ਦੇ
ਕੀਤੇ ਹੋਏ ਬਚਨ ਇਹ ਤਾਂ ਸਦਾ ਵਾਸਤੇ ਅਟਲ ਹੋਣੇ ਹੀ ਹਨ। ਇਹਨਾਂ ਨੂੰ ਤਿੰਨੇ ਲੋਕਾਂ 14 ਭਵਨਾਂ ਦੇ ਵਿੱਚ ਕੋਈ ਮੋੜ ਨਹੀਂ ਸਕਦਾ। ਰਾਏ ਇਕੱਲਾ ਉਸੇ ਵਕਤ ਗਲ ਦੇ ਵਿੱਚ ਪਾ ਕਰਕੇ ਕੱਪੜਾ ਪੱਲਾ ਬਾਰ-ਬਾਰ ਬੜੀਆਂ ਬੇਨਤੀਆਂ ਔਰ ਰਜੋਈਆਂ ਕਰਨ ਲੱਗ ਪਿਆ ਸੀ। ਸੱਚੇ ਪਾਤਸ਼ਾਹ ਵੀ ਆ ਮੇਰੇ ਰਾਜ ਭਾਗ ਦੀਆਂ ਜਿਹੜੀਆਂ ਜੜ੍ਹਾਂ ਇਸੇ ਤਰ੍ਹਾਂ ਕਾਇਮ ਰਹਿਣੀਆਂ ਚਾਹੀਦੀਆਂ ਹਨ। ਤੇ ਆਪ ਨੇ ਜਿਹੜੇ ਬੜੇ ਦੁਖਦਾਈ ਬਚਨ ਤੁਰਕਾਂ ਮੁਸਲਮਾਨਾਂ ਦੇ ਤੇਜ ਪ੍ਰਤੀ ਕੀਤੇ ਹਨ, ਮੇਰੇ ਉੱਪਰ ਕਿਰਪਾ ਕਰ ਦਿਓ। ਸੁਣ ਕਰਕੇ ਸਤਿਗੁਰੂ ਜੀ ਕਹਿਣ ਲੱਗੇ ਵੀ ਤੈਂ ਪਹਿਲਾਂ ਆਪਣੇ ਵੱਲੋਂ ਬੇਨਤੀ ਕਰਨੀ ਸੀ, ਪਰ ਹੁਣ ਇਹ ਜਿਹੜੀ ਭਾਵੀ ਤੁਰਕਾਂ ਮੁਗਲਾਂ ਪਠਾਨਾਂ ਦੇ ਸਿਰ ਦੇ ਉੱਪਰ ਵਰਤ ਕੇ ਹੀ ਰਹਿਣੀ ਹੈ। ਰਾਏ ਇਕੱਲਾ ਉਸ ਸਮੇਂ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਕਹਿਣ ਲੱਗਾ ਵੀ ਇਉਂ ਕਰੋ, ਤੁਸੀਂ ਆਪਣੇ ਬਾਲ ਬੱਚਿਆਂ ਦੇ ਸਮੇਤ ਤਿਆਰੀ ਕਰ ਲੈਣੀ ਹੈ, ਸਮਾਨ ਲੱਦ ਲਓ ਸਾਰਾ ਆਪਣਾ ਗੱਡਿਆਂ 'ਚ। ਜਿੱਥੇ ਸਤਿਗੁਰੂ ਜੀ ਡੇਰੇ ਲਗਾਉਣਗੇ ਆਪਾਂ ਨੇ ਆਪਣਾ ਸਮਾਂ ਬਤੀਤ ਕਰ ਲੈਣਾ ਹੈ। ਜਦੋਂ ਤੁਰਨਗੇ ਆਪਾਂ ਵੀ ਬਸ ਪਰਿਵਾਰ ਦੇ ਸਮੇਤ ਸਤਿਗੁਰੂ ਜੀ ਦੇ ਨਾਲ ਹੀ ਰਹਾਂਗੇ। ਜਿਤਨਾ ਚਿਰ ਮਹਾਰਾਜ ਮੈਨੂੰ ਨਹੀਂ ਬਖਸ਼ਣਗੇ ਮੈਂ ਵਾਪਸ ਆਪਣੇ ਘਰ ਦੇ ਵਿੱਚ ਨਹੀਂ ਮੁੜਨਾ। ਉਸ ਸਮੇਂ ਦਸ਼ਮੇਸ਼ ਪਿਤਾ ਬੜੇ ਦਿਆਲੂ ਨੇ, ਕਿਰਪਾਲੂ ਨੇ, ਸਰਬਾਗਨ ਨੇ, ਅੰਤਰਜਾਮੀ ਨੇ, ਪਤਾ ਵੀ ਕਿਹੋ ਜੀ ਭਾਵਨਾ ਰਾਏ ਇਕੱਲੇ ਦੇ ਮਨ ਦੇ ਵਿੱਚ ਭਰੀ ਹੋਈ ਹੈ। ਸਤਿਗੁਰੂ ਜੀ ਇਸ ਦੀ ਸੇਵਾ 'ਤੇ ਪ੍ਰਸੰਨ ਹੋ ਕਰਕੇ ਕਹਿਣ ਲੱਗੇ ਵੀ ਰਾਏ ਇਕੱਲਾ ਇਹੋ ਕਰ, ਅਸੀਂ ਆਪਣੇ ਵੱਲੋਂ ਤੈਨੂੰ ਇੱਕ ਬੜੀ ਸੋਹਣੀ ਤਲਵਾਰ ਬਖਸ਼ਦੇ ਹਾਂ। ਜਿਤਨਾ ਚਿਰ ਤੇਰੀ ਕੁਲ ਤੇਰੀ ਬਾਂਹ ਦੇ ਵਿੱਚ ਇਸ ਸ਼ਾਸਤਰ ਦਾ ਸਤਿਕਾਰ ਹੁੰਦਾ ਰਹੂ, ਉਤਨਾ ਟਾਈਮ ਤੇਰਾ ਕੋਈ ਵੀ ਕੱਖ ਨਹੀਂ ਵਿਗਾੜ ਸਕੇਗਾ। ਪਰ ਜਦੋਂ ਇਹਨਾਂ ਸ਼ਾਸਤਰਾਂ ਦਾ ਕੋਈ ਵੀ ਅਪਮਾਨ ਨਿਰਾਦਰ ਕਰੇਗਾ, ਫਿਰ ਦੇਖ ਲੈ ਨਾਲ ਦੀ ਨਾਲ ਆ ਜਿਹੜਾ ਤੇਰਾ ਰਾਜ ਭਾਗ ਕੁਲ ਦੇ ਵਿੱਚੋਂ ਖਤਮ ਹੋ ਜਾਣਾ। ਸੁਣ ਕਰਕੇ ਰਾਏ ਇਕੱਲਾ ਮਨ ਦੇ ਵਿੱਚ ਬੜਾ ਪ੍ਰਸੰਨ ਹੋ ਗਿਆ ਸੀ। ਇਸ ਥਾਂ ਤੋਂ ਦਸ਼ਮੇਸ਼ ਪਿਤਾ ਨੇ ਆਪਣਾ ਜਿਹੜਾ ਪਲੰਗਾ ਸੇਵਕਾਂ ਦੇ ਮੋਢਿਆਂ 'ਤੇ ਉਠਾਇਆ। ਅੱਗੇ ਨੂੰ ਸਤਿਗੁਰੂ ਜੀ ਨੇ ਡੇਰੇ ਕੂਚ ਕਰ ਦਿੱਤੇ ਸਨ। ਇੱਕ ਪਿੰਡ ਦੇ ਵਿੱਚ ਮਹਾਰਾਜ ਨੇ ਬੇਰੀ ਦੇ ਥੱਲੇ ਰਹਿ ਕਰਕੇ ਰਾਤ ਕੱਟੀ। ਇੱਥੋਂ ਰਾਹ ਦੇ ਵਿੱਚ ਕਿਸੇ ਮਨੁੱਖ ਨੇ, ਪ੍ਰਾਣੀ ਨੇ ਸਤਿਗੁਰੂ ਜੀ ਦਾ ਕੀਤਾ ਦਰਸ਼ਨ। ਉਹਨੇ ਜਾ ਕਰਕੇ ਸਾਰੀ ਖਬਰ ਰਾਏ ਜੋ ਦੇ ਪੋਤਰਿਆਂ ਦੇ ਪਾਸ ਦੱਸੀ। ਸ਼ਮੀਰ ਲਖਮੀਰ ਤਖਤ ਮਲ ਕਹਿਣ ਲੱਗਿਆ ਵੀ ਦੇਖੋ ਸਤਿਗੁਰੂ ਜੀ ਆਪਣੇ ਮਾਲਵੇ ਦੇ ਇਲਾਕੇ ਦੇ ਵਿੱਚ ਪਹੁੰਚੇ ਹੋਏ ਹਨ। ਅੱਗੇ ਮੈਨੂੰ ਇਹ ਨਹੀਂ ਪਤਾ ਵੀ ਮਹਾਰਾਜ ਨੇ ਕਿਹੜੇ ਪਿੰਡ ਜਾਂ ਕਿਹੜੇ ਸ਼ਹਿਰ ਦੇ ਵਿੱਚ ਜਾਣਾ। ਇਤਿਹਾਦਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸਤਿਗੁਰਾਂ ਦੀ ਪਵਿੱਤਰ ਪਾਵਨ ਕਥਾ ਦੇ ਤਾਈਂ ਗ੍ਰੰਥ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚਾਰਨ ਕਰਦੇ ਨੇ। ਆਪਣੇ ਮਨਾਂ ਨੂੰ ਕਾਗਰ ਕਰਦੇ ਹੋਏ ਆਲਸ ਤੋਂ ਸਾਵਧਾਨ ਹੋ ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ।
ਸ੍ਰੀ ਗੁਰੂ ਗੋਬਿੰਦ ਸਿੰਘ ਇਤ ਆਈ। ਜਾ ਕਰਕੇ ਭਾਈ ਸਮੀਰ, ਲਖਮੇਰ, ਤਾਕਤ ਮਲ ਤਿੰਨੇ ਭਰਾਵਾਂ ਨੂੰ ਇਹ ਵਾਰਤਾ ਦੱਸਣ ਲੱਗਿਆ ਸੀ ਆਪਨ ਗ੍ਰਾਮ ਕੀ ਅਬ ਨਿਹਰਾਈ। ਵੀ ਦੇਖੋ ਦਸ਼ਮੇਸ਼ ਪਿਤਾ ਸਰਵੰਸ ਦਾਨੀ ਆ ਹੁਣ ਤਾਂ ਬਿਲਕੁਲ ਆਪਣੇ ਆ ਪਿੰਡ ਦੇ ਨੇੜੇ ਹੀ ਪਹੁੰਚੇ ਹੋਏ ਹਨ। ਜਾਣੈ ਕੌਣ ਜਾਹੇ ਕਿਸ ਗ੍ਰਾਮੋ। ਇਸ ਦੇ ਬਾਰੇ ਕੋਈ ਕਿਸੇ ਨੂੰ ਪਤਾ ਨਹੀਂ ਵੀ ਅੱਗੇ ਮਹਾਰਾਜ ਨੇ ਕਿਹੜੇ ਪਿੰਡ ਜਾਂ ਨਗਰ ਦੇ ਵਿੱਚ ਜਾ ਕਰਕੇ ਆਪਣੇ ਡੇਰੇ ਲਗਾਉਣੇ ਨੇ। ਉਤਰਹਿ ਕਿਸ ਰਾਹਕ ਬਰ ਧਾਮੋ। ਕੋਈ ਪਤਾ ਨਹੀਂ ਕਿਹੜੇ ਸ੍ਰੇਸ਼ਟ ਜ਼ਿਮੀਂਦਾਰ ਦੇ ਘਰ ਦੇ ਵਿੱਚ ਜਾ ਕਰਕੇ ਸਤਿਗੁਰੂ ਜੀ ਨੇ ਭਾਗ ਲਗਾਉਣੇ ਹਨ। ਉਚਿਤ ਹੈ ਤੁਮ ਕੋ ਅਗਵਾਈ। ਕਹਿ ਲੱਗਿਆ ਵੀ ਤੁਹਾਡੇ ਜਿਹੜੇ ਵੱਡੇ ਵਡੇਰੇ ਪਹਿਲਾਂ ਤੋਂ ਹੀ ਗੁਰੂ ਬਾਬਾ ਜੀ ਦੇ ਦਰ ਘਰ ਦੇ ਨਾਲ ਜੁੜੇ ਹੋਏ ਹਨ ਤੇ ਤੁਹਾਨੂੰ ਵੀ ਅੱਗੇ ਹੋ ਕਰਕੇ ਮਹਾਰਾਜ ਦੇ ਚਰਨਾਂ 'ਚ ਬੇਨਤੀ ਜ਼ੋਦੜੀ ਕਰਨੀ ਬਣਦੀ ਹੈ। ਮਿਲ ਹੋ ਜਾਈ ਲੇ ਨਰ ਸਮੁਦਾਈ। ਬਹੁਤ ਸਾਰੀ ਪਬਲਿਕ ਔਰ ਨੌਕਰਾਂ ਚੌਕਰਾਂ ਨੂੰ ਨਾਲ ਲੈ ਕਰਕੇ ਤੁਸੀਂ ਵੀ ਮਹਾਰਾਜ ਨੂੰ ਗਾਉ ਜਾ ਕਰਕੇ ਮਿਲੋ, ਸ਼ਾਇਦ ਤੁਹਾਨੂੰ ਵੀ ਸੇਵਾ ਕਰਨ ਦਾ ਸੁਨਹਿਰੀ ਮੌਕਾ ਪ੍ਰਾਪਤ ਹੋ ਸਕਦਾ ਹੈ। ਸੁਣਤ ਸ਼ਮੀਰ ਭਰਾਤ ਲਖਮੀਰ। ਸੁਣਨ ਅਨੁਸਾਰ ਤਿੰਨੇ ਭਰਾਵਾਂ ਨੇ ਉਸੇ ਵਕਤ ਆਪਣੀ ਤਿਆਰੀ ਕਰ ਲਈ ਹੈ। ਤੋਰਨ ਤਿਆਰ ਭਏ ਮਤ ਧੀਰ। ਜਿਨ੍ਹਾਂ ਦੇ ਮਨ ਦੇ ਵਿੱਚ ਬੜੀ ਧੀਰਜ, ਬੜਾ ਭਰੋਸਾ ਭਰਿਆ ਹੋਇਆ ਸੀ। ਨਰ ਸਕੀਲ ਕੇਤਕ ਸੰਗ ਲੀਨੇ। ਇਹਨਾਂ ਨੇ ਬਹੁਤ ਸਾਰੇ ਜਿਹੜੇ ਪਬਲਿਕ ਦੇ ਲੋਕ ਆਪਣੇ ਨਾਲ ਇਕੱਠੇ ਕਰ ਲਏ ਸਨ। ਨਿਕਸ ਗਾਉ ਮਗ ਪਗ ਦੀਨੇ। ਆਪ ਗਾਉ ਹੋ ਕਰਕੇ ਸਤਿਗੁਰੂ ਜੀ ਨੂੰ ਬੜੇ ਅਦਬ ਸਤਿਕਾਰ ਦੇ ਸਮੇਤ ਇਹ ਰਾਜ ਜੀ ਮਿਲਣਾ ਚਾਹੁੰਦੇ ਸੀ। ਦੋਏ ਕੋਸ ਅੱਗੇ ਚੱਲ ਆਈ। ਇਹ ਆਪਣੇ ਪਿੰਡ ਤੋਂ 2 ਗਾਂ ਦੀ ਦੂਰੀ ਤੇ ਅੱਗੇ ਚੱਲ ਕਰਕੇ ਪਹੁੰਚ ਗਏ ਹਨ। ਨਾਨਾ ਬਸਤ ਉਪਾਇਨ ਲਿਆਈ। ਜਿਨ੍ਹਾਂ ਨੇ ਅਨੇਕਾਂ ਹੀ ਵਸਤੂਆਂ ਮਹਾਰਾਜ ਦੇ ਚਰਨਾਂ 'ਚ ਭੇਟਾ ਕਰਨ ਦੇ ਲਈ ਪਾਸ ਲਿਆਂਦੀਆਂ ਸਨ। ਚੜੀ ਤੁਰੰਗਮ ਆਬ ਤਿਆਗੀ। ਜਦੋਂ ਸਾਹਮਣੇ ਸਤਿਗੁਰੂ ਜੀ ਘੋੜੇ ਤੇ ਸਵਾਰ ਹੋ ਕਰਕੇ ਆ ਰਹੇ ਸੀ, ਇਹਨਾਂ ਨੇ ਵੀ ਨੇਤਰਾਂ ਦੇ ਨਾਲ ਦਰਸ਼ਨ ਕੀਤਾ ਹੈ। ਤਨ ਪਹਿਰੀ ਨੀਲਾਂਬਰ ਬਾਗੀ। ਮਹਾਰਾਜ ਨੇ ਜੋ ਹਾਜੀਆਂ ਦਾ ਪੇਖ ਨੀਲੇ ਰੰਗ ਦੇ ਵਸਤਰ ਸਰੀਰ ਦੇ ਉੱਪਰ ਧਾਰਨ ਕੀਤੇ ਹੋਏ ਸਨ। ਤੋਰਨ ਨਿਕਟ ਹੋਈ ਕਰ ਬੰਦੀ। ਇਹਨਾਂ ਨੇ ਫਿਰ ਨੇੜੇ ਹੋ ਕਰਕੇ ਸਤਿਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਸੀ। ਬੰਦੀ ਸੁੰਦਰ ਪਦ ਅਰਬਿੰਦੀ। ਜੋ ਦਸ਼ਮੇਸ਼ ਪਿਤਾ ਦੇ ਚਰਨ ਕਮਲ ਦੇ ਫੁੱਲ ਦੇ ਸਮਾਨ ਬੜੇ ਸੁੰਦਰ ਹਨ। ਸਹਿਤ ਰਕਾਬ ਸਪਰਸ਼ਨ ਕਰੀ। ਅਜੇ ਮਹਾਰਾਜ ਨੇ ਆਪਣੇ ਜਿਹੜੇ ਚਰਨ ਰਕਾਬ ਦੇ ਵਿੱਚ ਹੀ ਰੱਖੇ ਹੋਏ ਸੀ। ਤਿੰਨਾਂ ਭਰਾਵਾਂ ਨੇ ਨੇੜੇ ਹੋ ਕਰਕੇ ਉਸ ਟਾਈਮ ਤੇ ਆਪਣੇ ਜਿਹੜੇ ਸਿਰ ਸਤਿਗੁਰੂ ਜੀ ਦੇ ਚਰਨਾਂ 'ਚ ਰੱਖ ਦਿੱਤੇ ਸੀ। ਨਮਰੀ ਬਨ ਬਨ ਸਿਰ ਨਿਜ ਧਰੀ। ਨਿਮਰਤਾ ਦੇ ਨਾਲ ਵਾਰ-ਵਾਰ ਇਹਨਾਂ ਨੇ ਸਤਿਗੁਰੂ ਜੀ ਦੇ ਚਰਨਾਂ ਦੀ ਜਿਹੜੀ ਧੂੜੀ ਲੈ ਕਰਕੇ ਆਪਣੇ ਮੱਥੇ ਦੇ ਨਾਲ ਲਗਾਈ ਹੈ। ਕੌਸ਼ਲ ਪ੍ਰਸ਼ਨ ਤਿਨ ਪ੍ਰਤ ਗੁਰ ਕਹੀਓ। ਸਤਿਗੁਰੂ ਜੀ ਇਹਨਾਂ ਨੂੰ ਫਿਰ ਪਾਸ ਬੁਲਾ ਕਰਕੇ ਰਾਜੀ ਖੁਸ਼ੀ ਔਰ ਸੁੱਖ ਸਾਂਦ ਦੇ ਜਿਹੜੇ ਬਚਨ ਪੁੱਛਣ ਲੱਗ ਪਏ ਸਨ। ਕਿਰਪਾ ਆਪ ਕੀ ਸਭ ਸੁਖ ਲਹਿਓ। ਇਹਨਾਂ ਤਿੰਨਾਂ ਭਰਾਵਾਂ ਨੇ ਬੇਨਤੀ ਕੀਤੀ, ਮਹਾਰਾਜ ਆਪ ਦੀ ਕਿਰਪਾ ਦੇ ਨਾਲ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਰਹੀ ਹੈ। ਪ੍ਰਭ ਜੀ ਚੱਲੀ ਹੈ ਧਾਮ ਹਮਾਰੀ। ਉਸ ਵਕਤ ਤਾਂ ਮਹਾਰਾਜ ਦੇ ਅੱਗੇ ਦੋਵੇਂ ਹੱਥ ਜੋੜ ਕਰਕੇ ਖੜੇ ਹੋ ਗਏ। ਸੱਚੇ ਪਾਤਸ਼ਾਹ ਹੁਣ ਸਾਡੇ ਘਰਾਂ ਦੇ ਵਿੱਚ
ਆਪ ਜੀ ਨੇ ਚਰਨ ਪਾਉਣੇ ਹਨ। ਉਤਰ ਹੋ ਸ਼ਰਮ ਤਨ ਤੇ ਦਿਹੁ ਟਾਰੀ। ਪਤਾ ਨਹੀਂ ਕਿਤਨਾ ਲੰਬਾ ਸਫ਼ਰ ਆਪ ਜੀ ਨੇ ਤੈਅ ਕੀਤਾ ਹੈ। ਘਰ ਦੇ ਵਿੱਚ ਜਾ ਕਰਕੇ ਆਪਦੀ ਜਿਹੜੀ ਥਕਾਵਟ ਉਹ ਵੀ ਦੂਰ ਹੋ ਜਾਣੀ ਹੈ। ਪਾਵਨ ਕਰੋ ਗ੍ਰਾਮ ਗਨ ਧਾਮੋ। ਮਹਾਰਾਜ ਆਪ ਦੇ ਜਦੋਂ ਚਰਨ ਪੈ ਗਏ ਸਾਡੇ ਘਰ, ਸਾਡਾ ਆ ਸਾਰਾ ਨਗਰ ਹੀ ਪਵਿੱਤਰ ਹੋ ਜਾਣਾ ਹੈ। ਸਿੱਖ ਕਦੀਮੀ ਹਮ ਪਗ ਸਾਮੋ। ਸਾਡੇ ਵੱਡੇ ਵਡੇਰੇ ਆਪ ਦੇ ਜਿਹੜੇ ਚਰਨਾਂ ਦੇ ਸੇਵਕ ਦਾਸ ਬਣੇ ਹੋਏ ਹਨ। ਪਿਤਾ ਪਿਤਾਮਾ ਸੇਵਕ ਰਹੀ। ਪਹਿਲਾਂ ਤੋਂ ਹੀ ਸਾਡੇ ਪਿਤਾ ਰਾਏ ਜੋਧ, ਇਸੇ ਤਰ੍ਹਾਂ ਦਾਦਾ ਸੀ ਰਾਏ ਜੋਧ ਪਿਤਾ, ਇਹਨਾਂ ਦਾ ਸੀ ਪਤਾ ਨਾਮ ਕਰਕੇ ਉਹਨਾਂ ਨੇ ਵੀ ਆਪ ਜੀ ਦਾ ਦਰ ਘਰ ਦੀ ਬੜੀ ਸੇਵਾ ਕੀਤੀ ਹੈ। ਗੁਰੂ ਪ੍ਰਸੰਨ ਹੋਏ ਦੁਖ ਦਹੀ। ਸਤਿਗੁਰਾਂ ਨੇ ਪ੍ਰਸੰਨ ਹੋ ਕਰਕੇ ਸਾਡੀ ਕੁੱਲ ਦੇ, ਸਾਡੀ ਬੰਸ ਦੇ ਤਾਂ ਬੜਾ ਬੜਾ ਦੁੱਖ, ਆ ਬੜਾ ਬੜਾ ਦਲਦਰ ਸਾਰੇ ਨਸ਼ਟ ਕਰ ਦਿੱਤੇ ਹਨ। ਸੁਨ ਸਿੱਖਨ ਤੇ ਕਿਰਪਾ ਨਿਧਾਨਾ। ਕਿਰਪਾ ਦੇ ਖਜ਼ਾਨੇ ਸਤਿਗੁਰੂ ਜੀ ਨੇ ਜਦੋਂ ਇਹਨਾਂ ਤਿੰਨਾਂ ਭਰਾਵਾਂ ਦੀ ਬੇਨਤੀ ਸੁਣਨੀ ਕੀਤੀ ਹੈ, ਹੀਤ ਸੁਚੇਤੀ ਬਾਕ ਬਖਾਨਾ। ਹੁਣ ਇਹਨਾਂ ਨੂੰ ਥੋੜਾ ਜਿਹਾ ਸਚੇਤ ਜ਼ਾਹਿਰ ਇਹਨਾਂ ਦੀ ਪਰਖ ਕਰਨ ਵਾਸਤੇ ਮਹਾਰਾਜ ਨੇ ਇਹੋ ਜਿਹੇ ਬਚਨ ਆਪਣੀ ਰਸਨਾ ਤੋਂ ਕੀਤੇ ਸੀ। ਤੁਰਕਨ ਸੰਗ ਹਮਾਰੋ ਬਾਦਾ। ਆਈ ਲਖ ਮੇਰ ਸਮੇਰ ਦੇ ਲੈ ਵੀ ਸਾਡਾ ਤੁਰਕਾ ਮੁਗਲਾ ਪਠਾਣਾ ਮੁਸਲਮਾਨਾਂ ਦੇ ਨਾਲ ਆ ਕਿਤਨਾ ਵੱਡਾ ਬਾਦ ਬੜੇ ਲੰਬੇ ਸਮੇਂ ਤੋਂ ਚਲੇ ਆ ਰਿਹਾ। ਉਹਨਾਂ ਦੇ ਨਾਲ ਬਹੁਤ ਵੱਡੇ ਵੱਡੇ ਜਿਹੜੇ ਘਮਸਾਨ ਦੇ ਯੁੱਧ ਵੀ ਹੋ ਚੁੱਕੇ ਹਨ, ਜਿਨ੍ਹਾਂ ਦੇ ਵਿੱਚ ਆ ਜਿਹੜੀ ਸ਼ਾਹੀ ਸੈਨਾ ਉਹ ਲੱਖਾਂ ਦੀ ਗਿਣਤੀ 'ਚ ਖਤਮ ਹੋ ਚੁੱਕੀ ਹੈ। ਇਸ ਕਰਕੇ ਤੁਸੀਂ ਜ਼ਰਾ ਮਨ ਦੇ ਅੰਦਰ ਜਾਤੀ ਮਾਰ ਲਓ, ਬੜਾ ਬਾਦ ਸਾਡਾ ਤਾਂ ਹੁਣ ਤੁਰਕਾਂ ਮੁਗਲਾਂ ਪਠਾਣਾ ਦੇ ਨਾਲ ਪਿਆ ਹੋਇਆ ਹੈ। ਪਰੀ ਅਦਕ ਸੰਗਰਾਮ ਵਿਕਾਦਾ। ਕਿਤਨੇ ਵੱਡੇ ਵੱਡੇ ਭਿਆਨਕ ਪਹਿਲਾਂ ਹੀ ਇਹਨਾਂ ਦੇ ਨਾਲ ਹੋ ਚੁੱਕੇ ਹਨ। ਸੋ ਹਾਕਮ ਤੁਮ ਹੋ ਤਿਨ ਰਈਅਤ। ਸਤਿਗੁਰੂ ਜੀ ਕਹਿ ਲੱਗੇ ਵੀ ਦੇਖੋ ਉਹ ਨੇ ਵਰਤਮਾਨ ਸਮੇਂ ਦੇ ਨਵਾਬ ਹਾਕਮ, ਤੇ ਤੁਸੀਂ ਹੁਣ ਇੱਕ ਪਰਜਾ ਦੇ ਰੂਪ ਦੇ ਵਿੱਚ ਹੋ ਕਰਕੇ ਉਹਨਾਂ ਦੇ ਰਾਜ ਭਾਗ ਦੀਆਂ ਹੱਦਾਂ ਦੇ ਅੰਦਰ ਬਸ ਰਹੇ ਹੋ। ਲਰਹੋ ਨਾ ਕੁਛ ਕਰ ਅਦਕ ਜਮਈਅਤ। ਕੌਣ ਇਤਨਾ ਬਲ, ਇਤਨੀ ਤਾਕਤ ਹੈ ਨਹੀਂ ਤੁਹਾਡੇ ਕੋਲ ਜੋ ਫਿਰ ਉਹਨਾਂ ਦੇ ਨਾਲ ਸਾਹਮਣੇ ਹੋ ਕਰਕੇ ਤੁਸੀਂ ਲੜ ਸਕਦੇ ਹੋ। ਤਰੋ ਤਰਾਸ ਨਹਿ ਬਲ ਸੰਭਾਰੋ। ਜੇਕਰ ਤੁਰਕਾਂ ਦੀ ਫੌਜ ਚੜ੍ਹ ਕੇ ਆ ਗਈ ਫਿਰ ਤੁਹਾਨੂੰ ਦੇਰੋਂ ਡਰਨਾ ਪੈ ਜੂ, ਉਹਨਾਂ ਨੂੰ ਸੰਭਾਲਣਾ ਵੀ ਬੜਾ ਔਖਾ ਹੋ ਜਾਣਾ ਹੈ। ਕਿਮ ਹਮਕੋ ਨਿਜ ਸਦਨ ਉਤਾਰੋ। ਸਤਿਗੁਰੂ ਜੀ ਕਹਿਣ ਲੱਗੇ ਵੀ ਹੁਣ ਸਾਨੂੰ ਫਿਰ ਕਾਹਦੇ ਵਾਸਤੇ ਤੁਸੀਂ ਆਪਣੇ ਘਰਾਂ ਦੇ ਵਿੱਚ ਉਤਾਰਾ ਕਰਵਾਉਣਾ ਚਾਹੁੰਦੇ ਹੋ। ਸੁਨ ਕਰ ਜੋਰ ਸਰਬ ਪੁਨ ਕਹੈ। ਇਹ ਸੁਣ ਕਰਕੇ ਤਿੰਨੇ ਭਰਾਵਾਂ ਨੇ ਸਤਿਗੁਰੂ ਜੀ ਦੇ ਅੱਗੇ ਦੋਵੇਂ ਹੱਥ ਜੋੜ ਕਰਕੇ ਅਰਜ਼ ਕਰ ਦਿੱਤੀ ਹੈ। ਕਿਰਪਾ ਕਰੋ ਹੋਏ ਸਦਨ ਪਵਿੱਤਰਾ। ਸੱਚੇ ਪਾਤਸ਼ਾਹ ਉਹਨਾਂ ਤੁਰਕਾਂ ਮੁਗਲਾਂ ਪਠਾਨ ਦਾ ਸਾਡੇ ਮਨ ਦੇ ਵਿੱਚ ਕੋਈ ਡਰ ਤਾਂ ਹੈ ਨਹੀਂ। ਹੁਣ ਆਪ ਕਿਰਪਾ ਕਰਕੇ ਸਾਡੇ ਘਰਾਂ ਦੇ ਵਿੱਚ ਚਰਨ ਪਾਉਣੇ ਕਰੋ। ਤੁਮ ਚਲਿੱਤਰ ਹੈ ਚਿੱਤਰ ਬਚਿੱਤਰਾ। ਹੁਣ ਆਪ ਦੇ ਜਿਹੜੇ ਉਹ ਚਰਜ ਕੌਤਕ ਉਹਨਾਂ ਨੂੰ ਤਾਂ ਉਹ ਜਿਹੜੇ ਵੱਡੇ ਵੱਡੇ ਦੇਵਤੇ ਉਹ ਵੀ ਜਾਣ ਨਹੀਂ ਸਕਦੇ ਹਨ। ਪੁਸ਼ਤੈਨੀ ਹਮ ਦਾਸ ਤੁਮਾਰੀ। ਅਸੀਂ ਤਾਂ ਪੁਸਤਾਂ ਤੋਂ ਲੈ ਕਰਕੇ ਆਪ ਦੇ ਦਰ ਘਰ ਦੇ ਨਾਲ ਜੁੜੇ ਹੋਏ ਹਾਂ। ਮਿਲਨ ਆਪਸੋਂ ਕਿਸ ਡਰ ਧਾਰੀ। ਜਦੋਂ ਆਪ ਦਾ ਹੋ ਗਿਆ ਮਿਲਾਪ ਸੱਚੇ ਪਾਤਸ਼ਾਹ, ਫਿਰ ਅਸੀਂ ਇਹਨਾਂ ਤੁਰਕਾਂ ਮੁਗਲਾਂ ਪਠਾਣਾ ਦੇ ਪਾਸੋਂ
ਡਰਨ ਥੋੜੋ ਲੱਗੇ ਹਾਂ। ਗੁਰ ਸਿੱਖਨ ਸੋ ਮੀਲ ਹਮੇਸ਼। ਗੁਰ ਸਿੱਖਾਂ ਦਾ ਆਪਣੇ ਗੁਰੂ ਦੇ ਨਾਲ ਮੇਲ ਮਿਲਾਵਤਾ ਪਹਿਲਾਂ ਤੋਂ ਹੀ ਹੁੰਦਾ ਆਇਆ ਹੈ। ਵਰਜ ਸਕਹਿ ਅਸ ਕੌਣ ਵਿਸ਼ੇਸ਼। ਕਿਹੜਾ ਹੈ ਉਹ ਜਿਹਾ ਦੋ ਸਿਰਾਂ ਵਾਲਾ ਜੋਧਾ ਸੂਰਮਾ ਸਾਡੇ ਉੱਪਰ ਚੜ੍ਹਾਈ ਕਰਕੇ ਆ ਸਕਦਾ ਹੈ। ਪੁਰਬਹੁ ਸ਼ਰਧਾ ਆਪ ਹਮਾਰੀ। ਮਹਾਰਾਜ ਸਾਡੇ ਮਨ ਦੀ ਭਾਵਨਾ ਹਿਰਦੇ ਦੀ ਸ਼ਰਧਾ ਆਪ ਨੇ ਹੀ ਪੂਰੀ ਕਰਨੀ ਹੈ। ਅਸੀਂ ਤਾਂ ਬਹੁਤ ਵੱਡੀ ਆਸਾ ਧਾਰਨ ਕਰਕੇ ਆਪਦੇ ਪਾਸ ਹਾਜ਼ਰ ਹੋਏ ਹਾਂ। ਤੁਮ ਕਿਰਪਾਲ ਦੁਖ ਦੁੰਦ ਬਿਦਾਰੀ। ਮਹਾਰਾਜ ਜਿੱਥੇ ਹੋ ਗਈ ਆਪ ਦੀ ਨਾ ਕਿਰਪਾ ਉੱਥੇ ਤਾਂ ਆ ਜਿਹੜੇ ਦਵੰਦ ਦਾ ਦੁੱਖ ਆਪਣੇ ਆਪ ਹੀ ਸਾਰੇ ਨਾਸ ਹੋ ਜਾਂਦੇ ਹਨ। ਖੁਸ਼ੀ ਹੈ, ਗਮੀ ਹੈ, ਹਰਕ ਹੈ, ਸੋਗ ਹੈ, ਇਹ ਕਦੇ ਵੀ ਜਗਿਆਸੂ ਦੇ ਨੇੜੇ ਤੇੜੇ ਵੀ ਨਹੀਂ ਆ ਸਕਦੇ ਹਨ। ਜੀ ਹਿਮ ਸਮਾ ਆਨ ਹੀ ਬਨੈ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਅਗਰ ਕੋਈ ਹੋ ਜਿਹਾ ਜੰਗ ਕਰਨ ਦਾ ਮੌਕਾ ਬਣ ਵੀ ਜਾਵੇਗਾ ਸੰਗ ਆਪ ਕੇ ਹੋਈ ਰਿਪਹਨੈ। ਫਿਰ ਅਸੀਂ ਆਪ ਦੇ ਨਾ ਅੱਗੇ ਹੋ ਕੇ ਇਹਨਾਂ ਦੋਸ਼ਟਾਂ ਪਾਪੀਆਂ ਦਾ ਸਾਹਮਣੇ ਹੋ ਕਰਕੇ ਮੁਕਾਬਲਾ ਕਰਾਂਗੇ। ਨਹਿਰਾਬਰ ਕੋ ਤਿਆਗੈ ਸੰਗ। ਪਰ ਆਪ ਦਾ ਸੰਗ ਸਾਤੋਂ ਕਦੇ ਵੀ ਤਿਆਗਿਆ ਨਹੀਂ ਜਾਂਦਾ ਹੈ। ਤੁਰਕਨ ਸੰਗ ਕਰੈ ਇਮ ਜੰਗ। ਫਿਰ ਅਸੀਂ ਪਬਲਿਕ ਦੇ ਲੋਕਾਂ ਦੇ ਸਮੇਤ ਸਾਰਿਆਂ ਤੋਂ ਅੱਗੇ ਉਹਨਾਂ ਤੁਰਕਾਂ ਮੁਗਲਾਂ ਪਠਾਨਾਂ ਦੇ ਨਾਲ ਯੁੱਧ ਕਰਨ ਲੱਗ ਜਾਣਾ ਹੈ। ਇਤਿਆਦਿਕ ਬਿਨਤੀ ਸੁਨ ਕਾਨ। ਜਦੋਂ ਤਿੰਨੇ ਭਰਾਵਾਂ ਨੇ ਇਉਂ ਮਹਾਰਾਜ ਦੇ ਅੱਗੇ ਬੜੀ ਸ਼ਰਧਾ ਭਾਵਨਾ ਦੇ ਸਹਿਤ ਬੇਨਤੀਆਂ ਕੀਤੀਆਂ ਸੀ। ਗੁਰੂ ਗਰੀਬ ਨਿਵਾਜ ਸੋ ਜਾਨ। ਸਤਿਗੁਰੂ ਜੀ ਨੇ ਹਮੇਸ਼ਾ ਵਾਸਤੇ ਗਰੀਬ ਨਵਾਜ ਗਸਈਆ ਮੇਰਾ ਮਤਿ ਛਤਰ ਧਰੈ ਆਪਣੇ ਸੇਵਕਾਂ ਆਪਣੇ ਦਾਸਾਂ ਨੂੰ ਜੁਗਾ ਜਗੰਤਰਾਂ ਤੋਂ ਹੀ ਲੈ ਕਰਕੇ ਨਵਾਜਦੇ ਆਏ ਹਨ। ਚਲੀ ਸੰਗ ਤਿਨ ਕਹਿਬੋ ਮਾਨਿਓ। ਉਸ ਵਕਤ ਦਸ਼ਮੇਸ਼ ਪਿਤਾ ਇਹਨਾਂ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਨਾਲ ਹੀ ਤੁਰ ਪਏ ਸਨ। ਪਿਛੈ ਪੁਰ ਜਨ ਪੁੰਜ ਪਿਆਨਿਓ। ਪਿੱਛੇ ਪਿੱਛੇ ਬਹੁਤ ਸਾਰੇ ਜਿਹੜੇ ਪਿੰਡ ਦੇ ਲੋਕ ਬੜੇ ਅਦਬ ਸਤਿਕਾਰ ਦੇ ਸਹਿਤ ਤੁਰੇ ਆ ਰਹੇ ਸੀ। ਪਹੁੰਚੇ ਗ੍ਰਾਮ ਵਿਖੇ ਤਬ ਜਾਈ। ਜਦੋਂ ਸਤਿਗੁਰੂ ਜੀ ਚੱਲਦਿਆਂ ਚੱਲਦਿਆਂ ਇਹਨਾਂ ਦੇ ਪਿੰਡ ਦੇ ਵਿੱਚ ਪ੍ਰਵੇਸ਼ ਕਰ ਗਏ ਸਨ। ਨਰ ਨਾਰੀ ਦਰਸ਼ਨ ਕੋ ਪਾਈ। ਉਸ ਵਕਤ ਚਾਹੇ ਕੋਈ ਇਸਤਰੀ ਹੈ ਚਾਹੇ ਪੁਰਸ਼ ਹੈ ਬੜੇ ਪਬਲਿਕ ਦੇ ਲੋਕ ਦਰਸ਼ਨ ਕਰਨ ਵਾਸਤੇ ਉਸ ਥਾਂ ਤੇ ਪਹੁੰਚ ਗਏ ਸਨ। ਕਾਚੀ ਸਦਨ ਹੁਤੀ ਸਭ ਕੀਰੀ। ਉਹਨਾਂ ਸਮਿਆਂ ਦੇ ਵਿੱਚ ਤਕਰੀਬਨ ਲੋਕਾਂ ਦੇ ਘਰ ਜਿਹੜੇ ਕੱਚੇ ਹੀ ਹੋਇਆ ਕਰਦੇ ਸੀ। ਹਿਤ ਉਤਰਨ ਕੇ ਨੀਕੋ ਹੀਰੀ। ਔਰ ਇਹਨਾਂ ਨੇ ਸਤਿਗੁਰੂ ਜੀ ਦੀ ਰਿਹਾਇਸ਼ ਦਾ ਪ੍ਰਬੰਧ ਕਰਨ ਵਾਸਤੇ ਕੋਈ ਸੋਹਣਾ ਚੰਗਾ ਮਕਾਨ ਦੇਖਣਾ ਕੀਤਾ ਸੀ। ਇੱਕ ਤੇ ਖਾਨ ਕੋ ਧਾਮ ਨਿਹਾਰਾ। ਜਦੋਂ ਸਾਹਮਣੇ ਇੱਕ ਜਿਹੜਾ ਮਿਸਤਰੀ ਦਾ ਇਹਨਾਂ ਨੇ ਸੋਹਣਾ ਜਿਹਾ ਘਰ ਦੇਖਿਆ ਸੀ। ਤਿਸ ਪਰ ਚਾਰੂ ਰਚਿਓ ਚੋਬਾਰਾ। ਉਸ ਨੇ ਆਪਣੇ ਘਰ ਦੇ ਉੱਪਰਲੇ ਪਾਸੇ ਬਹੁਤ ਵੱਡਾ ਖੁੱਲਾ ਡੁੱਲਾ ਚੌਬਾਰਾ ਵੀ ਪਾਇਆ ਹੋਇਆ ਹੈ। ਸੋ ਪਸੰਦ ਉਤਰਨ ਕੇ ਦੇਖਾ। ਹੁਣ ਉਹਦੇ ਵਿੱਚ ਸਤਿਗੁਰੂ ਜੀ ਦਾ ਉਤਾਰਾ ਕਰਾਉਣ ਦੇ ਲਈ ਉਹ ਚਵਾਰਾ ਇਹਨਾਂ ਨੇ ਪਸੰਦ ਕਰ ਲਿਆ ਸੀ। ਪਾਵਨ ਲੀਪਨ ਕੀਨ ਵਿਸ਼ੇਖਾ। ਇਹਨੂੰ ਥੋੜੇ ਟਾਈਮ ਦੇ ਅੰਦਰ ਅੰਦਰ ਲੈ ਕਰਕੇ ਮਿੱਟੀ ਚਾਰੇ ਪਾਸਿਆਂ ਤੋਂ ਲਿਪ ਸਵਾਰ ਕਰਕੇ ਸਾਫ਼ ਕਰ ਦਿੱਤਾ ਹੈ। ਸੁੰਦਰਿਆਨ ਪਰਿਅੰਕ ਡਸਾਵਾ। ਉਹਦੇ ਅੰਦਰਲੇ ਪਾਸੇ ਬੜਾ ਸੋਹਣਾ ਪਲੰਗਾ ਲਿਆ ਕਰਕੇ ਢਾ ਦਿੱਤਾ ਹੈ। ਬਿਸਦ ਬਿਛੌਨੇ ਤੇ ਸਭ ਛਾਵਾ। ਜੈ ਦੇ ਉੱਪਰ ਬੜੇ ਨਰਮ ਚਿੱਟੇ ਰੰਗ ਦੇ ਲਿਆ ਕੇ ਬਿਸਤਰੇ ਵਿਛਾ ਦਿੱਤੇ ਸੀ। ਹੈ ਤੇ ਉੱਤਰ ਚੜੇ ਤਿਸ ਜਾਈ। ਜਦੋਂ ਸਤਿਗੁਰੂ ਜੀ ਘੋੜੇ ਤੋਂ ਉਤਰ ਕੇ ਫਿਰ ਇਸ
ਚੁਬਾਰੇ ਦੀਆਂ ਪੌੜੀਆਂ ਚੜ੍ਹਨ ਲੱਗ ਪਏ ਸਨ। ਬੈਠ ਗਈ ਸਤਿਗੁਰ ਸਤ ਭਾਈ। ਸਤ ਪ੍ਰਤਗੀ ਭਗਵਾਨ ਦਾ ਰੂਪ ਸਤਿਗੁਰੂ ਜੀ ਜਾ ਕਰ ਗਏ ਦੇ ਚੁਬਾਰੇ 'ਚ ਬੈਠ ਗਏ ਹਨ। ਤਿੰਨੋਂ ਸਿੰਘ ਸਮੀਪੀ ਤਿਰੀ। ਨੇੜੇ ਹੀ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਉਹਨਾਂ ਨੇ ਆਪਣੇ ਆਸਣ ਲਗਾ ਲਏ ਸਨ। ਸੁਨ ਸੁਨ ਨਰ ਨਾਰੀ ਮੁੱਦ ਭਰੀ। ਜਦੋਂ ਇਸ ਪਿੰਡ ਦੇ ਵਿੱਚ ਵੀ ਦੀਨ ਦੁਨੀਆ ਦੇ ਮਾਲਕ ਦਾ ਪਤਾ ਲੱਗਿਆ ਸੀ, ਦਰਸ਼ਨ ਹਿਤ ਆਈ ਸਮੁਦਾਈ। ਬਹੁਤ ਸਾਰੇ ਲੋਕ ਦਰਸ਼ਨ ਕਰਨ ਵਾਸਤੇ ਇਸ ਥਾਂ ਤੇ ਪਹੁੰਚਣੇ ਸ਼ੁਰੂ ਹੋ ਗਏ ਸਨ। ਤਰਹਿ ਉਪਾਇਨ ਬੰਦਹਿ ਪਾਈ। ਜਥਾ ਜੋਗ ਭੇਟਾ ਮਹਾਰਾਜ ਦੇ ਅੱਗੇ ਰੱਖ ਕੇ ਇਹਨਾਂ ਨੇ ਚਰਨਾਂ ਤੇ ਨਮਸਕਾਰ ਕੀਤੀ ਸੀ। ਧੰਨ ਭਾਗ ਸ੍ਰੀ ਗੁਰ ਗ੍ਰਹਿ ਆਈ। ਸਾਰੇ ਕਹਿੰਦੇ ਨੇ ਵੀ ਇਸ ਤੇ ਮਿਸਤਰੀ ਦੇ ਦਿਲੋਂ ਕਿਤਨੇ ਵੱਡੇ ਭਾਗ ਜਾਗੇ ਹਨ, ਜਿਹਦੇ ਚੁਬਾਰੇ ਦੇ ਵਿੱਚ ਦੀਨਾ ਦੁਨੀਆ ਦੇ ਮਾਲਕ ਨੇ ਆਪਣਾ ਆਸਣ ਲਗਾਇਆ। ਭਾਈ ਕਿਰਤਾਰਥ ਬਿਗਨ ਮਿਟਾਈ। ਵੀ ਹੁਣ ਇਹਦੇ ਸਾਰੇ ਵਿਘਨ, ਸਾਰੇ ਜਿਹੜੇ ਦਲਿਦਰੀ ਮਹਾਰਾਜ ਨੇ ਕੱਟ ਦੇਣੇ ਹਨ। ਬੈਠੀ ਘਨੀ ਆਏ ਵੱਡ ਪੀਰਾ। ਹੁਣ ਜਦੋਂ ਚੁਬਾਰੇ 'ਚ ਬਹੁਤ ਸਾਰੀ ਸੰਗਤਾਂ ਦੀ ਜਿਹੜੀ ਭੀੜ ਉਹ ਇਕੱਠੀ ਹੋ ਗਈ ਹੈ, ਨਰ ਨਾਰੀ ਦਰਸਹਿ ਤਰ ਤੀਰਾ। ਨੇੜੇ ਹੋ ਕਰਕੇ ਸਾਰਿਆਂ ਨੇ ਦਸ਼ਮੇਸ਼ ਪਿਤਾ ਦਾ ਦੀਦਾਰ ਕੀਤਾ ਸੀ। ਦੁਗਧ ਯਾਨ ਕਰ ਗਨ ਮਿਸ਼ਟਾਨ। ਕਈਆਂ ਨੇ ਆਪੋ ਆਪਣੇ ਘਰਾਂ 'ਚੋਂ ਬਹੁਤ ਸਾਰਾ ਦੁੱਧ ਬਰਤਨਾਂ ਦੇ ਵਿੱਚ ਪਾ ਕਰਕੇ ਲਿਆਂਦਾ। ਕਈ ਫਿਰ ਜਿਵੇਂ ਗੁੜ ਇਹੋ ਜਿਹੇ ਮਿਸ਼ਟਾਨ ਪਦਾਰਥ ਆਪਣੇ ਪਾਸ ਲੈ ਕਰਕੇ ਸਤਿਗੁਰੂ ਜੀ ਦੇ ਪਾਸ ਹਾਜ਼ਰ ਹੋ ਗਏ ਹਨ। ਕਰ ਮਾਇਓ ਸਿੰਘਨ ਕੋ ਪਾਨ। ਉਹ ਜਿਹੜਾ ਲਿਆਂਦਾ ਹੋਇਆ ਦੁੱਧ ਸੰਗਤਾਂ ਨੇ ਗੁਰੂ ਕੇ ਪਿਆਰਿਆਂ ਨੂੰ ਛਕਾ ਦਿੱਤਾ ਸੀ। ਨਾਨਾ ਭਾਂਤ ਬਾਤ ਮਿਲ ਕਰਤੀ। ਗੌਰ ਸਿੱਖ ਬੈਠ ਕਰਕੇ ਹੁਣ ਮਹਾਰਾਜ ਦੇ ਨਾਲ ਬੜੇ ਹੋ ਜਾਏ ਬਚਨ ਬਿਲਾਸ ਕਰਨ ਲੱਗ ਪਏ ਸੀ। ਸ਼੍ਰੀ ਸਤਿਗੁਰ ਕੋ ਸੋ ਜਸ ਉਚਰਤੀ। ਸਾਰਿਆਂ ਨੇ ਆਪਣੀ ਰਸਨਾ ਤੋਂ ਸਤਿਗੁਰੂ ਜੀ ਦੀ ਤਾਰੀਫ ਬਾਰ-ਬਾਰ ਉਚਾਰਨ ਕੀਤੀ ਹੈ। ਇਸੀ ਰੀਤ ਸੰਧਿਆ ਹੋਈ ਆਈ। ਇਹੋ ਬਚਨ ਬਿਲਾਸ ਕਰਦਿਆਂ ਹੋਇਆਂ ਜਦੋਂ ਸੰਧਿਆ ਦਾ ਜਿਹੜਾ ਟਾਈਮ ਹੋ ਚੁੱਕਿਆ ਸੀ, ਗਮਨੇ ਨਰ ਨਾਰੀ ਨਿਜ ਥਾਈ। ਅੰਧੇਰਾ ਹੋਇਆ ਜਾਣ ਕਰਕੇ ਸਾਰੇ ਪ੍ਰੇਮੀ ਮਹਾਰਾਜ ਨੂੰ ਮੱਥਾ ਟੇਕ ਕਰਕੇ ਆਪੋ ਆਪਣੇ ਘਰਾਂ ਨੂੰ ਚਲੇ ਗਏ ਸਨ। ਦੋਹਰਾ ਕੁਛ ਪ੍ਰਸੰਗ ਹੈ ਰਾਈ ਕੋ ਦਈ ਗੁਰੂ ਤਰਵਾਰ। ਕਵੀ ਜੀ ਕਹਿੰਦੇ ਨੇ ਵੀ ਥੋੜਾ ਜਿਹਾ ਜਿਹੜਾ ਪ੍ਰਸੰਗ ਭਾਈ ਰਾਏ ਕੱਲੇ ਦਾ ਰਹਿੰਦਾ ਹੈ, ਵੀ ਜਿਵੇਂ ਉਹਨੂੰ ਸਤਿਗੁਰੂ ਜੀ ਨੇ ਆਪਣੇ ਵੱਲੋਂ ਪਰ ਸਾਨੂੰ ਕਰਕੇ ਬੜੀ ਸੁੰਦਰ ਤਲਵਾਰ ਬਖਸ਼ੀ ਸੀ। ਸੁਨੀਐ ਸਰੋਤਾ ਪ੍ਰੀਤ ਧਰ ਕਰਹੁ ਅਭੈ ਉਚਾਰ। ਥੋੜਾ ਜਿਹਾ ਜਿਹੜਾ ਹਾਲ ਕਵੀ ਜੀ ਆਪਣੇ ਵੱਲੋਂ ਰਾਏ ਕੱਲੇ ਦੀ ਜਿਹੜੀ ਬੰਸ ਹੈ ਕੁੱਲ ਹੈ ਉਸ ਦਾ ਦੱਸਣ ਲੱਗੇ ਹਨ। ਚੌਪਈ ਹਰਖਿਓ ਰਾਈ ਸਦਨ ਲਈ ਆਇਓ। ਰਾਏ ਕੱਲਾ ਮਹਾਰਾਜ ਦੀ ਬਖਸ਼ਿਸ਼ ਪ੍ਰਾਪਤ ਕਰਕੇ ਹਿਰਦੇ ਦੇ ਅੰਦਰ ਬੜਾ ਪ੍ਰਸੰਨ ਹੋ ਗਿਆ ਸੀ। ਸੁੰਦਰ ਏਕ ਪਰਯੰਕ ਡਸਾਇਓ। ਪਹਿਲਾਂ ਇਹਨੇ ਇੱਕ ਬਹੁਤ ਸੁੰਦਰ ਪਲੰਗਾ ਤਿਆਰ ਕੀਤਾ ਸੀ। ਚਾਰ ਬਿਛੌਨਾ ਉਪਰ ਛਾਈ। ਉਸ ਦੇ ਉੱਪਰ ਵੀ ਬੜੇ ਨਰਮ ਚਿੱਟੇ ਰੰਗ ਦੇ ਜਿਹੜੇ ਵਿਛੌਣੇ ਵਿਛਾ ਦਿੱਤੇ ਹਨ। ਪੂਜਨ ਸੌਜ ਲਿਆਈ ਸਮੁਦਾਈ। ਔਰ ਜਿਹੜੀ ਸ਼ਾਸਤਰਾਂ ਦੀ ਪੂਜਾ ਕਰਨ ਦੀ ਸਮੱਗਰੀ ਬਹੁਤ ਸਾਰਾ ਸਮਾਨ ਪਲੰਗੇ ਦੇ ਉੱਪਰ ਭਾਈ ਰਾਏ ਕੱਲੇ ਨੇ ਲਿਆ ਕਰਕੇ ਰੱਖ ਦਿੱਤਾ ਹੈ। ਆਤਰ ਪੋਲ ਕੀ ਮਾਲ ਵਿਸਾਲਾ। ਇਸੇ ਤਰ੍ਹਾਂ ਜਿਵੇਂ ਅਤਰ ਹੈ, ਫਲੇਲ ਹੈ, ਜੋ ਖੁਸ਼ਬੂਦਾਰ ਵਸਤੂਆਂ ਛਿੜਕੀਆਂ ਨੇ, ਇਸੇ ਤਰ੍ਹਾਂ
ਰੰਗ ਬਰੰਗੇ ਫੁੱਲਾਂ ਦੀਆਂ ਬਾਲਾਂ ਲਿਆ ਕਰਕੇ ਉਹਦੇ ਉੱਪਰ ਰੱਖ ਦਿੱਤੀਆਂ ਹਨ। ਚੰਦਨ ਯਤ ਸੁੰਦਰ ਗੰਧਾਲਾ, ਇਸੇ ਤਰ੍ਹਾਂ ਚੰਦਨ ਹੈ, ਕਿਉੜ ਹੈ, ਉਹਨਾਂ ਬਿਸਤਰਿਆਂ ਦੇ ਉੱਪਰ ਫਿਰ ਉਹ ਜੇ ਜੋੜੀ ਸਤਿਗੁਰੂ ਜੀ ਦੀ ਬਖਸ਼ੀ ਹੋਈ ਸ੍ਰੀ ਸਾਹਿਬ ਬਹੁਤ ਅਦਬ ਸਤਿਕਾਰ ਦੇ ਨਾਲ ਟਿਕਾ ਦਿੱਤੀ ਹੈ। ਧੂਪ ਤੁਖਾਈ ਆਰਤੀ ਕੀਨਾ, ਪਹਿਲਾਂ ਇਹਨੇ ਨਾਨਾ ਪ੍ਰਕਾਰ ਦੀਆਂ ਧੂਪਾਂ ਤਖਾਈਆਂ ਤੇ ਫਿਰ ਪ੍ਰੇਮ ਦੇ ਵਿੱਚ ਆ ਕਰਕੇ ਸਾਤਰਾਂ ਦੇ ਪਾਸ ਆਰਤੀ ਕਰਨ ਲੱਗ ਪਿਆ ਸੀ। ਚੰਦਨ ਚਰਚਤ ਸੁਨ ਮਨ ਸੋ ਲੀਨਾ, ਇਹੋ ਜੀ ਸ਼ਰਧਾ ਭਾਵਨਾ ਇਹਦੇ ਹਿਰਦੇ ਦੇ ਅੰਦਰ ਪੈਦਾ ਹੋ ਗਈ। ਬਹੁਤ ਸਾਰੇ ਅਤਰ ਫਲੇਲ ਲੈ ਕਰਕੇ ਉਹਨਾਂ ਦੇ ਉੱਪਰ ਛਿੜਕਣ ਲੱਗ ਪਿਆ ਸੀ। ਤਿਸ ਪਰ ਅੰਕ ਪਰ ਖੜਗ ਟਿਕਾਇਓ, ਉਹ ਜਿਹੜੀ ਤਲਵਾਰ ਸਤਿਗੁਰੂ ਜੀ ਨੇ ਬਖਸ਼ੀ ਉਸ ਬਿਸਤਰੇ ਦੇ ਉੱਪਰ ਇਹਨੇ ਲਿਆ ਕਰਕੇ ਰੱਖ ਦਿੱਤੀ ਹੈ। ਪੂਜਹਿ ਸਰਦਾ ਭਾਵ ਵਧਾਇਓ, ਆਪਣੇ ਮਨ ਦੇ ਅੰਦਰ ਬੜੀ ਸ਼ਰਧਾ ਭਾਵਨਾ ਵਧਾ ਕਰਕੇ ਮਾਨੋ ਸ੍ਰੀ ਸਾਹਿਬ ਨੂੰ ਇਹ ਸਤਿਗੁਰੂ ਜੀ ਦਾ ਹੀ ਮਨ ਦੇ ਵਿੱਚ ਸਰੂਪ ਸਮਝਦਾ ਸੀ। ਮਹਾਰਾਜ ਦੇ ਸਮਾਨ ਜਾਣ ਕਰਕੇ ਆਪਣੇ ਵੱਲੋਂ ਬੜੀ ਪੂਜਾ ਕਰਨ ਲੱਗ ਪਿਆ ਹੈ। ਦੀਪਕ ਕ੍ਰਿਤ ਪਾਈ ਨਿਤ ਜਾਰੀ, ਰੋਜ਼ਾਨਾ ਭਾਈ ਰਾਏ ਕੱਲਾ ਜੀ ਇਹ ਦੇਸੀ ਘਿਓ ਦੇ ਜਿਹੜੇ ਦੀਵੇ ਜਗਾ ਕਰਕੇ ਉਸ ਬਿਸਤਰੇ ਦੇ ਉੱਪਰ ਰੱਖਿਆ ਕਰਦਾ ਸੀ। ਨਿਤ ਹੀ ਪੋਲ ਮਾਲ ਕੋ ਚਾਰੀ, ਰੋਜ਼ ਦੀ ਰੋਜ਼ ਇਹਨੇ ਸੋਹਣੇ ਸੋਹਣੇ ਫੁੱਲਾਂ ਦੀਆਂ ਮਾਲਾ ਬਣਵਾ ਕਰਕੇ ਫਿਰ ਸਾਤਰਾਂ ਦੇ ਅੱਗੇ ਪੇਟਾ ਕਰਨੀਆਂ, ਅਤਰ ਫਲੇਲਾਪ ਹੱਥਾਂ ਦੇ ਵਿੱਚ ਲੈ ਕਰਕੇ ਛਿੜਕਦਾ ਹੈ। ਖੀਨ ਖਾਪ ਕੀ ਤੂਲ ਰਜਾਈ, ਖੀਨ ਖਾਬ ਦਾ ਜਿਹੜਾ ਕੱਪੜਾ ਹੁੰਦਾ ਭਾਵੇਂ ਬੜਾ ਮਹਿੰਗਾ ਤੇ ਬਹੁਤ ਜ਼ਿਆਦਾ ਸੁੰਦਰ, ਜਦੋਂ ਦੇਖਿਆ ਵੀ ਹੁਣ ਪੋਹ ਮਾਘ ਦਾ ਮਹੀਨਾ ਆ ਗਿਆ, ਸਰਦੀ ਦੇ ਮੌਸਮ 'ਚ ਇਹਨੇ ਫਿਰ ਖੀਨ ਖਾਬ ਕੱਪੜੇ ਦੀ ਬਹੁਤ ਸੁੰਦਰ ਇੱਕ ਰਜਾਈ ਤਿਆਰ ਕਰਵਾਈ ਹੈ। ਹਿਮ ਰੁਤ ਮਹਿ ਆਸਾ ਉਪਰ ਪਾਈ, ਹੈਮਰਤ ਭਾਵ ਜਦੋਂ ਹੁੰਦਾ ਹੈ ਠੰਡ ਦਾ ਮੌਸਮ, ਉਹਨਾਂ ਸਾਤਰਾਂ ਦੇ ਉੱਪਰ ਫਿਰ ਰਜਾਈ ਵੀ ਆਪ ਦਿਆ ਕਰਦਾ ਸੀ। ਰਹਿ ਅੰਗੀਠੀ ਅੱਗ ਧਰੀ, ਇਸੇ ਤਰ੍ਹਾਂ ਉਸ ਪਲੰਗੇ ਦੇ ਥੱਲੇ ਰਾਏ ਕੱਲੇ ਨੇ ਅੰਗੀਠੀਆਂ ਬੜੀ ਠੰਡ ਦੇ ਮੌਸਮ ਦੇ ਵਿੱਚ ਜਲਾ ਕਰਕੇ ਰੱਖ ਦਿੰਦਾ ਸੀ। ਰਹਿ ਚੌਰ ਸੁੰਦਰ ਸਭ ਕਰੀ, ਕਾਫੀ ਟਾਈਮ ਆਪਣੇ ਹੱਥ ਦੇ ਵਿੱਚ ਲੈ ਕਰਕੇ ਚੌਰ ਸਾਹਿਬ ਉਹਨਾਂ ਸਾਤਰਾਂ ਦੇ ਉੱਪਰ ਚਲਾਉਂਦਾ ਰਹਿੰਦਾ ਸੀ। ਗਰੀਕਮ ਰੁਤ ਮਹਿ ਪੋਸ਼ਿਸ਼ ਧਰੀ, ਜਦੋਂ ਹੁੰਦੀ ਆ ਵੀ ਆ ਗਰਮੀ ਦਾ ਮੌਸਮ, ਜੇਠ ਦਾ ਮਹੀਨਾ, ਉਸ ਟਾਈਮ ਤੇ ਬਹੁਤ ਬਰੀਕ ਬਸਤਰ ਤਲਵਾਰ ਦੇ ਉੱਪਰ ਆਪ ਪਾਇਆ ਕਰਦਾ ਸੀ। ਪਟ ਬਨਾਰਸੀ ਦੁਪੱਟਾ ਜਰੀ, ਹੁਣ ਜਿਹੜਾ ਸੀ ਬਨਾਰਸੀ ਕਿਸਮ ਦਾ ਬੜਾ ਬਰੀਕ ਬਸਤਰ ਲੈ ਕਰਕੇ ਛੋਟੇ ਛੋਟੇ ਨੇ ਦੁਪੱਟੇ ਤਿਆਰ ਕਰਵਾ ਕੇ ਉਸ ਤਲਵਾਰ ਦੇ ਉੱਪਰ ਤਕਰੀਬਨ ਬਦਲ ਕਰਕੇ ਪਾਉਂਦਾ ਰਹਿੰਦਾ ਸੀ। ਘਨੀ ਸੁਗੰਧ ਯਤਰਤੀ ਆਦ, ਜ਼ੋ ਨੇ ਖੁਸ਼ਬੂ ਵਾਲੀਆਂ ਵਸਤੂਆਂ, ਕਸਤੂਰੀ ਹੈ, ਕਿਉੜ ਹੈ, ਅਤਰ ਫਲੇਲ, ਇਹ ਤਾਂ ਸਵੇਰੇ ਸ਼ਾਮ ਆਪ ਉਸ ਮਕਾਨ ਦੇ ਵਿੱਚ ਛਿੜਕਦਾ ਹੈ। ਨਿਤ ਪ੍ਰਤ ਪੂਜਹਿ ਕਰ ਅਹਲਾਦ, ਹੁਣ ਸਤਿਗੁਰੂ ਜੀ ਦੇ ਸਾਤਰਾਂ ਦੀ ਜਿਹੜੀ ਪੂਜਾ ਭਾਈ ਰਾਏ ਕੱਲੇ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਕਰਨੀ ਸ਼ੁਰੂ ਕਰ ਦਿੱਤੀ ਹੈ। ਬਾਜੋ ਕਰਹਿ ਬਿਜਨਾ ਕੋ ਫਿਰੈ, ਜਦੋਂ ਦੇਖਦਾ ਵੀ ਅੱਜ ਜੇਠ ਦੇ ਮਹੀਨੇ 'ਚ ਇਹ ਬੜੀ ਤੇਜ਼ ਗਰਮੀ ਪੈ ਰਹੀ ਹੈ, ਉਸ ਸਮੇਂ ਭਾਈ ਰਾਏ ਕੱਲਾ ਜੀ ਲੈ ਕਰਕੇ ਪੱਖਾ ਇਹਨਾਂ ਸ਼ਾਸਤਰਾਂ ਦੇ ਉੱਪਰ
ਚੱਲਣ ਲੱਗ ਜਾਂਦਾ ਸੀ। ਇਸ ਵਿਦ ਧਾਰ ਹੈ ਭਾਉ ਵਡੀਰੈ। ਇਸ ਵਿਦ ਤਾਰੇ ਭਾਵ ਵਡੇਰਾ। ਇਹੋ ਜਿਹਾ ਇੱਕ ਸੱਚਾ ਪ੍ਰੇਮ, ਸੱਚੀ ਜਿਹੜੀ ਸ਼ਰਧਾ ਭਾਈ ਰਾਏ ਕੱਲੇ ਨੇ ਆਪਣੇ ਹਿਰਦੇ ਦੇ ਅੰਦਰ ਧਾਰਨ ਕਰਕੇ ਰੱਖੀ ਹੋਈ ਹੈ। ਬੈਕੋ ਭੋਗ ਭਾਉ ਚਿਤ ਲੋਰ। ਇਹੋ ਜਿਹਾ ਪ੍ਰੇਮ ਪਿਆਰ ਧਾਰਨ ਕਰਦਿਆਂ ਹੋਇਆਂ ਤੇ ਜਦੋਂ ਉਮਰ ਪੂਰੀ ਹੋ ਗਈ, ਭਾਈ ਰਾਏ ਕੱਲਾ ਜੀ ਆਪਣਾ ਪੰਜ ਭੌਤਿਕ ਸਰੀਰ ਤਿਆਗ ਕੇ ਇਸ ਫਾਨੀ ਸੰਸਾਰ ਦੇ ਵਿੱਚੋਂ ਚਲੇ ਗਏ ਸਨ। ਕੱਲੇ ਰਾਈ ਦਇਓ ਤਨ ਛੋਰ। ਸਮਾਂ ਪਾ ਕਰਕੇ ਜੋ ਹੈ ਅਕਾਲ ਪੁਰਖ ਵਾਹਿਗੁਰੂ ਦੀ ਮਰਜ਼ਾਦਾ ਤੋਂ ਅਨਾਦਿ ਕਾਲ ਤੋਂ ਚਲੀ ਆਉਂਦੀ ਹੈ। ਜੋ ਜਨਮੈ ਸੋ ਜਨਮ ਮੂਆ, ਗੋਬਿੰਦ ਭਗਤ ਸਥਿਰ ਹੈ ਥੀਆ। ਵੀ ਜਿਹੜਾ ਪੈਦਾ ਹੋਇਆ ਉਹਨੇ ਇੱਕ ਦਿਨ ਮਰਨਾ ਤਾਂ ਜ਼ਰੂਰੀ ਹੈ, ਪਰ ਜਿਹੜੇ ਨੇ ਰੱਬ ਦੇ ਪਿਆਰੇ ਮਹਾਂਪੁਰਖ ਉਹ ਇਸ ਮੌਤ ਨੂੰ ਆਪਣੇ ਮਨ ਦੇ ਵਿੱਚ ਭਗਤ ਕਬੀਰ ਜੀ ਦੇ ਸਮਾਨ ਸਦਾ ਵਾਸਤੇ ਯਾਦ ਰੱਖਦੇ ਹਨ। ਪਰ ਜਿਹੜੀ ਹੈ ਦੁਨਿਆਵੀ ਪ੍ਰਾਣੀਆਂ ਦੀ ਹਾਲਤ ਤੋਂ ਇਸ ਮੌਤ ਨੂੰ ਮਨ ਦੇ ਵਿੱਚੋਂ ਭੁਲਾ ਦਿੰਦੇ ਹਨ। ਸਮਾਂ ਪਾ ਕੇ ਜਦੋਂ ਭਾਈ ਰਾਏ ਕੱਲਾ ਜੀ ਨੇ ਆਪਣਾ ਇਹ ਸਰੀਰ ਤਿਆਗ ਦਿੱਤਾ ਸੀ, ਤਿਸ ਪਾਛੈ ਸੁਤ ਗਾਦੀ ਬੈਸਾ। ਉਹ ਤੋਂ ਪਿੱਛੋਂ ਫਿਰ ਇਹਦਾ ਜਿਹੜਾ ਪੁੱਤਰ ਗੱਦੀ ਦੇ ਉੱਪਰ ਬੈਠਿਆ ਸੀ, ਧਰਿਓ ਭਾਉ ਗੁਰ ਅਸ ਮਹਿ ਤੈਸਾ। ਇਹਨੇ ਵੀ ਆਪਣੇ ਪਿਤਾ ਦੇ ਸਮਾਨ ਉਹ ਜਿਹਾ ਪ੍ਰੇਮ, ਵੈਸੀ ਜਿਹੜੀ ਸ਼ਰਧਾ ਆਪਣੇ ਮਨ ਦੇ ਅੰਦਰ ਧਾਰਨ ਕਰਕੇ ਰੱਖੀ ਸੀ। ਅਨਕ ਭਾਂਤ ਕੀ ਪੂਜਾ ਕਰੇ। ਇਹ ਵੀ ਰੋਜ਼ ਦੀ ਰੋਜ਼ ਆਪਣੇ ਪਿਤਾ ਦੇ ਸਮਾਨ ਅਨੇਕ ਪ੍ਰਕਾਰ ਦੁਆਰਾ ਉਸ ਤਲਵਾਰ ਦੀ ਪੂਜਾ ਕਰਨੀ। ਸਵੇਰੇ ਸ਼ਾਮ ਆ ਕਰਕੇ ਮੱਥਾ ਵੀ ਟੇਕਿਆ ਕਰਦਾ ਸੀ। ਸੀਸ ਨਿਵਾਵੇ ਸ਼ਰਧਾ ਧਰੇ। ਸ਼ਰਧਾ ਭਾਵਨਾ ਨੂੰ ਧਾਰਨ ਕਰਦੇ ਹੋਇਆ ਸਵੇਰੇ ਸ਼ਾਮ ਇਹਨੇ ਆ ਕਰਕੇ ਫਿਰ ਉਸ ਦਸ਼ਮੇਸ਼ ਪਿਤਾ ਦੇ ਸ਼ਾਸਤਰ ਦੇ ਦਰਸ਼ਨ ਕਰਿਆ ਕਰਦਾ ਸੀ। ਸੋ ਪੀ ਭੋਗ ਆਰਬਲ ਮਰਿਓ। ਹੁਣ ਜਦੋਂ ਇਹਦਾ ਪੁੱਤਰ ਵੀ ਆਪਣੀ ਉਮਰ ਭੋਗ ਕਰਕੇ ਮਰ ਚੁੱਕਿਆ ਸੀ, ਤਿਸ ਪੌਤਰਾ ਗਾਦੀ ਪਰ ਥਿਰਿਓ। ਅੱਗੇ ਫਿਰ ਗੱਦੀ ਦਾ ਜਿਹੜਾ ਮਾਲਕ ਇਹਦਾ ਪੋਤਰਾ ਬਣ ਗਿਆ। ਸੰਗਤ ਪਾਈ ਮੁਲਾਨਨ ਕੇਰੀ। ਹੁਣ ਇਹਨੂੰ ਇਹੋ ਜਿਹੇ ਕਾਜੀ ਮੌਲਾਣਿਆਂ ਦੀ ਬੜੀ ਖੋਟੀ ਸੰਗਤ ਪ੍ਰਾਪਤ ਹੋ ਗਈ ਹੈ। ਬਿਗੜਿਓ ਸ਼ਰਧਾ ਘਟੀ ਕਨੇਰੀ। ਇਹਦੇ ਹਿਰਦੇ ਦੇ ਅੰਦਰੋਂ ਸ਼ਰਧਾ ਭਾਵਨਾ ਦੂਰ ਹੋ ਗਈ। ਕਾਜੀ ਮੌਲਾਣੇ ਹਰ ਬਾਤ ਬੜੀ ਇਹਨੂੰ ਇਹੋ ਜਿਹੀ ਜਿਹੜੀ ਹੈ ਖੋਟੀ ਸਿਕਸ਼ਾ ਦਿੰਦੇ ਰਹਿੰਦੇ ਸਨ ਵੀ ਤੂੰ ਤਾਂ ਆ ਕਾਫਰਾਂ ਦੇ ਸਮਾਨ ਐਵੇਂ ਆ ਕਿਵੇਂ ਸ਼ਾਸਤਰਾਂ ਦੀ ਪੂਜਾ ਕਰੀ ਜਾਂਦਾ। ਸਾਨੂੰ ਇਹੋ ਦੱਸ ਵੀ ਇਹ ਸ਼ਾਸਤਰ ਪਹਿਨਣ ਵਾਸਤੇ ਹੁੰਦੇ ਹਨ ਜਾਂ ਫਿਰ ਇਹਨਾਂ ਦੀ ਪੂਜਾ ਕਰੀਦੀ ਹੈ। ਇਹੋ ਜਿਹੇ ਜਣ ਹੁਣ ਬੜੇ ਕੱਟੜਵਾਦੀ ਕਾਜੀ ਮੌਲਾਣਿਆਂ ਦੀ ਇਹਨੂੰ ਸੰਗਤ ਪ੍ਰਾਪਤ ਹੋ ਗਈ ਸੀ। ਮਿਲ ਹੈ ਤੁਰਕ ਗਨ ਤਰਕ ਉਚਾਰ ਹੈ। ਬਹੁਤ ਸਾਰੇ ਤੁਰਕ ਮਿਲ ਕਰਕੇ ਬੜੀਆਂ ਦਲੀਲਾਂ, ਬੜੀਆਂ ਜਿਹੜੀਆਂ ਤਰਕਾਂ ਆਪਣੇ ਵੱਲੋਂ ਇਹਨਾਂ ਸ਼ਾਸਤਰਾਂ ਦੇ ਉੱਪਰ ਕਰਨ ਲੱਗ ਜਾਂਦੇ ਸਨ। ਇਹ ਕਾਫਰ ਕੀ ਰੀਤ ਵਿਚਾਰ ਹੈ। ਕਹਿ ਲੱਗੇ ਵੀ ਆ ਕਿਹੋ ਜੀ ਆ ਕਾਫਰਾ ਆ ਹਿੰਦੂਆਂ ਵਾਲੀ ਰਹੁ ਰੀਤੀ ਤੈਂ ਧਾਰਨ ਕਰਕੇ ਰੱਖੀ ਹੋਈ ਹੈ। ਹਿੰਦੁਨ ਗੁਰ ਕੀ ਸਿੱਖ ਤੁਮ ਰਹੀ। ਆ ਤੁਹਾਡੇ ਜਿਹੜੇ ਨਾ ਇਹ ਵੱਡੇ ਵਡੇਰੇ ਪਹਿਲਾਂ ਤੋਂ ਹੀ ਹਿੰਦੂਆਂ ਦੇ ਗੁਰੂ ਦੇ ਜਿਹੜੇ ਸਿੱਖ ਬਣੇ ਹੋਏ ਸੀ। ਬਹਿਰ ਸ਼ਰਾ ਤੇ ਪੁਸ਼ਤਨ ਲਹੀ। ਆ ਤੁਹਾਡਾ ਜਿਹੜਾ ਪਰਿਵਾਰ ਨਾ ਕਈ ਪੁਸਤਾਂ ਤੋਂ ਇਹ ਤਾਂ ਹੁਣ ਸ਼ਰਾ ਤੋਂ ਬਾਹਰ ਚੱਲਦੇ ਆ ਰਹੇ ਹਨ। ਦੋਜ ਕਪਰ ਹੋ ਅਗਾਰੀ ਜਾਈ। ਜਿਹੜਾ ਹੁਣ
ਸ਼ਰਾਂ ਤੋਂ ਹੋ ਗਿਆ ਬਾਹਰ, ਉਹ ਮਰਨ ਤੋਂ ਬਾਅਦ ਫਿਰ ਦੋਜ਼ਕਾਂ ਦੇ ਵਿੱਚ ਹੀ ਗਿਰੇਗਾ। ਕਿਆਮਤ ਮਹਿ ਤੁਮ ਲਹੋ ਸਜਾਈ। ਵੀ ਕਿਆਮਤਾਂ ਦੇ ਟਾਈਮ ਤੇ ਤੁਹਾਨੂੰ ਬੜੀਆਂ ਜਿਹੜੀਆਂ ਸਖਤ ਸਜ਼ਾਵਾਂ ਭੋਗਣੀਆਂ ਪੈਣੀਆਂ ਨੇ। ਜੇ ਇਸੇ ਤਰ੍ਹਾਂ ਤੁਸੀਂ ਸ਼ਰਾਂ ਤੋਂ ਬਾਹਰ ਚੱਲੋਗੇ, ਵੀ ਜਿਹਨੇ ਤਾਂ ਹੁਣ 5 ਨਮਾਜ਼ਾਂ ਪੜ੍ਹ ਲਈਆਂ, ਜੋ ਵੀ ਸ਼ਰਾਂ ਦੇ ਅੰਦਰ ਆ ਗਿਆ ਹੈ, ਤੇ ਉਹਦੀ ਤਾਂ ਜਿਹੜੀ ਗਵਾਹੀ ਕਿਆਮਤ ਦੇ ਟਾਈਮ ਤੇ ਪੈਗੰਬਰ ਨੇ ਭਰ ਦੇਣੀ ਹੈ। ਤੁਸੀਂ ਚੱਲਦੇ ਹੋ ਹਮੇਸ਼ਾ ਵਾਸਤੇ ਸ਼ਰਾਂ ਤੋਂ ਬਾਹਰ, ਤੁਹਾਡੀ ਜਿਹੜੀ ਹਾਮੀ ਦਰਗਾਹ ਦੇ ਵਿੱਚ ਦੱਸੋ ਪੈਗੰਬਰ ਤੋਂ ਬਗੈਰ ਕੌਣ ਭਰੇਗਾ? ਨੀਕੋ ਖੜਗ ਗਰੀ ਨਹਿ ਪਾਵੋ। ਉਹ ਜਿਹੜੇ ਕਾਜੀ ਮਲਾ ਨੇ ਭਾਈ ਰਾਏ ਕੱਲੇ ਦੇ ਪੋਤਰੇ ਨੂੰ ਇਹੋ ਜੀ ਬੜੀ ਸਿੱਖਿਆ ਖੋਟੀ ਦੇਣ ਲੱਗ ਪਏ ਸਨ, ਵੀ ਦੇਖੋ ਕਿਹੋ ਜੀ ਚਮਕਦੀ ਹੋਈ ਸੁੰਦਰ ਤਲਵਾਰ, ਤੂੰ ਐਵੇਂ ਹਰ ਵਕਤ ਦੀ ਪੂਜਾ ਹੀ ਕਰਦਾ ਰਹਿੰਦਾ ਹੈ। ਨਿਸ ਦਿਨ ਧਰੀ ਪਰਯੰਕ ਪੁਜਾਵੋ। ਕਿ ਮੈਂ ਪਲੰਘੇ ਤੇ ਬੜਾ ਸਜਾ ਕਰਕੇ ਤਹਿ ਇਹਦੀ ਪੂਜਾ ਕਰਨੀ ਸ਼ੁਰੂ ਕੀਤੀ ਹੋਈ ਹੈ। ਇਤਿਆਦਿਕ ਤੇ ਬਹੁ ਸਮਝਾਇਓ। ਹੁਣ ਇਹੋ ਜਿਹੀਆਂ ਬੜੀਆਂ ਜਿਹੜੀਆਂ ਗੱਲਾਂ ਕਾਜੀ ਮੌਲਾਣਿਆਂ ਨੇ ਕਹਿ ਕਰਕੇ ਦਿਮਾਗ ਦੇ ਵਿੱਚ ਪਰ ਦਿੱਤੀਆਂ ਸਨ। ਹੁਣ ਜਿਸ ਪ੍ਰਕਾਰ ਨੇ ਵੀ ਇਹੋ ਜੀ ਖੋਟੀ ਸਿੱਖਿਆ ਨੂੰ ਧਾਰਨ ਕਰਦਿਆਂ ਹੋਇਆਂ ਸਤਿਗੁਰਾਂ ਦੇ ਸ਼ਸਤਰਾਂ ਦੀ ਬੇਅਦਬੀ ਕਰਨੀ ਹੈ, ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਤਾ ਗੱਦੀ 'ਤੇ ਵਿਰਾਜਮਾਨ ਹੋ ਕਰਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਬੜ ਭਾਗੇ ਗੁਰ ਸਿੱਖਾ ਤਾਈ ਨੇ ਹਾਲ ਕਰ ਰਹੇ ਨੇ। ਇਤਿਆਦਿਕ ਤੇ ਬਹੁ ਸਮਝਾਇਓ। ਅਰਾਈ ਪੌਤਰ ਲੀ ਗਲ ਮਹਿ ਪਾਇਓ। ਇਤਿਆਦਿਕ ਤੇ ਬਹੁ ਸਮਝਾਇਓ। ਅਰਾਈ ਪੌਤਰ ਲੀ ਗਲ ਮਹਿ ਪਾਇਓ। ਚੌਥੇ ਪਾਰ ਬ੍ਰਹਮਾ ਅਵਨਾਸੀ ਅਗਨਾਸ।